ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਸੁਪਰੀਮ ਕੋਰਟ ਦੇ ਵਿੱਚ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ ਜੋ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਜਹਿਦ ਚੱਲ ਰਹੀ ਹੈ ਉਸ ਉੱਤੇ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਨੇ ਕੀ ਕੁਝ ਕਿਹਾ, ਕੀ ਕੁਝ ਇਸ ਉੱਤੇ ਜਿਹੜਾ ਕਿਸਾਨ ਜਥੇਬੰਦੀਆਂ ਦਾ ਕਹਿਣਾ। ਦੂਜੀ ਗੱਲ, ਬੀਜੇਪੀ ਦੇ ਵੱਡੇ ਆਗੂ ਜਿਵੇਂ ਸੁਰਜੀਤ ਕੁਮਾਰ ਜਿਆਣੀ, ਹਰਜੀਤ ਗਰੇਵਾਲ ਹੋਣਾ ਦੇ ਜਿਸ ਤਰੀਕੇ ਨਾਲ ਬਿਆਨਬਾਜ਼ੀ ਆ ਰਹੀ ਹੈ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ, ਤਾਂ ਕਿਤੇ ਨਾ ਕਿਤੇ ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਵੀ ਸਾਫ਼ ਹੁੰਦੀ ਹੈ। ਮਨੋਹਰ ਲਾਲ ਖੱਟਰ ਦੇ ਵਿਰੋਧ ਤੋਂ ਬਾਅਦ ਕਿਸਾਨਾਂ ਦੇ ਵਿੱਚ ਜਿਹੜਾ ਉਹ ਹੋਰ ਜੋਸ਼ ਵੱਧਦਾ ਜਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਅਸੀਂ ਬੀਜੇਪੀ ਦੇ ਆਗੂਆਂ ਦਾ ਬਾਈਕਾਟ ਜਿਹੜਾ ਉਹ ਜਾਰੀ ਰੱਖਾਂਗੇ। ਖੱਟਰ ਸਾਹਿਬ ਇਸ ਸਾਰੇ ਮਸਲੇ ਨੂੰ ਲੈ ਕੇ ਦਿੱਲੀ ਦੇ ਵਿੱਚ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਅਗਲੇ ਦਿਨਾਂ ਦੇ ਵਿੱਚ ਕੱਲ ਨੂੰ ਕਹਿੰਦੇ ਆ ਰਹੇ ਨੇ। ਇਸ ਤੋਂ ਬਾਅਦ ਜਿਹੜੀ 15 ਤਰੀਕ ਨੂੰ ਗੱਲਬਾਤ ਹੋਣੀ ਹੈ, ਸੁਪਰੀਮ ਕੋਰਟ ਨੇ ਕੀ ਕੁਝ ਕਿਹਾ, ਅੱਜ ਉਸ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਹੈ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਧੰਨਵਾਦ ਹੈ ਸੁਖਵਿੰਦਰ ਜੀ ਤੁਹਾਡਾ ਵੀ। ਪਰਮਿੰਦਰ, ਜਿਸ ਤਰੀਕੇ ਦੇ ਨਾਲ ਅੱਜ ਸੁਣਵਾਈ ਹੋਈ ਹੈ, ਇੱਕ ਬਿੰਦੂ ਜਿਵੇਂ ਕੇਂਦਰ ਸਰਕਾਰ ਦੇ ਮਸਲੇ ਦੇ ਉੱਤੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਬੋਬੜੇ ਸਾਹਿਬ, ਉਹਨਾਂ ਨੇ ਪੂਰਾ ਜਿਹੜਾ ਜਵਾਬ ਦਿੱਤਾ ਹੈ ਕੇਂਦਰ ਸਰਕਾਰ ਨੂੰ, ਜਿਹੜਾ ਫਟਕਾਰ ਵੀ ਲਗਾਈ ਗਈ ਹੈ, ਉਹ ਕੀ ਕੁਝ ਹੋਇਆ? ਲੰਮਾ ਸਮੇਂ ਤੋਂ ਸੁਖਵਿੰਦਰ ਜੀ, ਜਿੱਦਾਂ ਤੁਸੀਂ ਦੇਖਿਆ ਹੀ ਆ, ਸਾਰਿਆਂ ਦੀਆਂ ਆਸਾਂ ਵੀ ਸੀਗੀਆਂ ਇੱਕ ਤਰ੍ਹਾਂ ਨਾਲ ਵੀ ਸੁਪਰੀਮ ਕੋਰਟ ਜਿਹੜਾ ਹੈਗਾ ਹੁਣ ਕੋਈ ਨਾ ਕੋਈ ਡਿਸੀਜਨ ਲੈਣ ਦੇ ਰੌਂ ਵਿੱਚ ਹੈਗੀ ਆ। ਤਾਂ ਸੁਪਰੀਮ ਕੋਰਟ ਕੋਈ ਐਡੇ ਵੱਡੇ ਇਕੱਠ ਨੂੰ ਦੇਖ ਕੇ ਹੋ ਸਕਦਾ ਕੋਈ ਕਿਸਾਨਾਂ ਦੇ ਪੱਖ ਦੀ ਗੱਲ ਕਰ ਲਵੇ, ਅਤੇ ਉਹਦਾ ਅੱਜ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਪਵਾਈਆਂ ਗਈਆਂ, ਮੈਂ ਤਾਂ ਇਹੀ ਕਹੂੰਗਾ ਕਿ ਪਵਾਈਆਂ ਗਈਆਂ, ਉਹਨਾਂ ਦਾ ਫੈਸਲਾ ਲੈਣ ਲਈ ਸੁਪਰੀਮ ਕੋਰਟ ਨੇ ਥੋੜ੍ਹਾ ਟਾਈਮ ਵੀ ਦਿੱਤਾ ਸਾਰਿਆਂ ਨੂੰ। ਉਹ ਹੋ ਸਕਦਾ ਕਿ ਸਥਿਤੀ ਨੂੰ ਸਮਝਣ ਦੇ ਲਈ ਵੀ ਆਪ ਵੀ ਟਾਈਮ ਲਿਆ ਹੋਇਆ ਹੋਵੇ, ਅਤੇ ਛੁੱਟੀਆਂ ਵੀ ਆ ਗਈਆਂ ਸੀ, ਕਈ ਕਾਰਨ ਬਣੇ, ਉਹਦਾ ਸੁਣਵਾਈ ਟਲਦੀ ਰਹੀ ਹੈ। ਅਤੇ ਅੱਜ ਸੁਣਵਾਈ ਸੀਗੀ ਅਤੇ ਲੋਕਾਂ ਨੂੰ ਵੀ ਆਸ ਸੀ ਵੀ ਸ਼ਾਇਦ ਕੋਈ ਇਸ ਤਰ੍ਹਾਂ ਦਾ ਕੋਈ ਫੈਸਲਾ ਵੱਡਾ ਆਏਗਾ। ਕਿਤੇ ਨਾ ਕਿਤੇ ਇੱਕ ਗੱਲ ਤਾਂ ਥੋੜ੍ਹੀ ਜਿਹੀ ਆਪਾਂ ਨੂੰ ਇਹ ਲੱਗੀ ਹੈ ਕਿ ਜੇ ਅੱਜ ਕੋਈ ਸਖਤਾਈ ਦਿਖਾਈ ਹੈ, ਥੋੜ੍ਹਾ ਬਹੁਤ ਜੇ ਸਰਕਾਰ ਨੂੰ ਫਟਕਾਰ ਪਾਈ ਹੈ, ਚਾਹੇ ਕਿਸੇ ਮਨਸ਼ਾ ਨਾਲ ਪਾਈ ਹੋਵੇ, ਆਪਾਂ ਇਹ ਨਹੀਂ ਕਹਿੰਦੇ ਕਿ ਸੱਚੀ ਮੁੱਚੀ ਨਿਆਂ ਦੇਣ ਦੇ ਰੌਂਹ 'ਚ ਹੈ ਬਿਲਕੁਲ ਸੁਪਰੀਮ ਕੋਰਟ, ਅਤੇ ਕਿਸਾਨਾਂ ਦੇ ਹੱਕ ਦੀ ਪੂਰਨ ਤੌਰ 'ਤੇ ਗੱਲ ਹੋਈ ਹੈ, ਇੱਦਾਂ ਦਾ ਕੁਛ ਨਹੀਂ ਹੋਇਆ। ਇਹ ਜ਼ਰੂਰ ਹੈ ਕਿ ਕਿਸੇ ਵੀ ਦਬਾਅ ਨਾਲ ਕਹਿ ਲਓ ਜਾਂ ਸੁਪਰੀਮ ਕੋਰਟ ਨੇ ਆਪਣੀ ਪਾਵਰ ਦਿਖਾਈ ਜਾਂ ਕਿਸੇ ਤਰ੍ਹਾਂ ਦਾ ਕੋਈ ਰੁਖ ਇੱਦਾਂ ਦਾ ਅਖਤਿਆਰ ਕਰਿਆ ਤਾਂ ਕਿਸ ਮਨਸ਼ਾ ਨਾਲ ਕਰਿਆ, ਹੋਇਆ ਜ਼ਰੂਰ ਹੈ। ਲੇਕਿਨ ਕੁਛ ਕਿਸਾਨਾਂ ਦੀ ਗੱਲ ਜ਼ਰੂਰ ਹੋਈ ਹੈ, ਕਿਸਾਨਾਂ ਦੇ ਪੱਖ ਦੀ ਗੱਲ ਜ਼ਰੂਰ ਹੋਈ ਹੈ। ਸਰਕਾਰ ਨੂੰ ਫਟਕਾਰ ਪਾ ਕੇ ਇੱਕ ਤਰ੍ਹਾਂ ਦਾ ਥੋੜ੍ਹਾ ਝਟਕਾ ਜ਼ਰੂਰ ਦਿੱਤਾ ਹੈ। ਅਤੇ ਇਹਦੇ ਵਿੱਚ ਸ਼ੁਰੂਆਤ ਦੇ ਵਿੱਚ ਜਿੱਦਾਂ ਦੋਵਾਂ ਪੱਖਾਂ ਧਿਰਾਂ ਨੂੰ ਪੱਖ ਰੱਖਣ ਦੀ ਬੁਲਾਇਆ ਗਿਆ ਸੀਗਾ, ਅਤੇ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਸੀਂ ਹੋਲਡ ਕਰ ਸਕਦੇ ਹੋ ਕਾਨੂੰਨ, ਸਰਕਾਰ ਨੂੰ ਕਿਹਾ ਤਾਂ ਦੱਸੋ ਜੀ, ਅਤੇ ਨਹੀਂ ਕਰ ਸਕਦੇ ਤਾਂ ਅਸੀਂ ਰੋਕ ਲਾਵਾਂਗੇ। ਠੀਕ ਹੈ, ਉਹ ਵੱਡੀ ਗੱਲ ਹੋਈ ਆ। ਜੇ ਰੋਕ ਲਗਾ ਸਕਦੀ ਹੈ ਸੁਪਰੀਮ ਕੋਰਟ, ਹਾਲਾਂਕਿ ਫੈਸਲਾ ਹਲੇ ਜਿੱਦਾਂ ਸ਼ਾਮ ਤੱਕ ਵਾਪਸ ਆਉਣਾ ਅੰਦਰੋਂ ਰਿਟਨ ਦੇ ਵਿੱਚ ਜੋ ਆਉਣਾ, ਤਾਂ ਉਹਦੇ ਵਿੱਚ ਇਹ ਆ ਵੀ ਜੇ ਸੱਚੀ ਮੁੱਚੀ ਰੋਕ ਲਗਾ ਦਿੰਦੀ ਹੈ ਤਾਂ ਇਹਦੇ ਵਿੱਚ ਜਿੱਤ ਕਿਹਦੀ ਹੈ, ਹਾਰ ਕਿਹਦੀ ਹੈ, ਇਹ ਡਿਸਾਈਡ ਕਰਨਾ ਬੜਾ ਔਖਾ ਕੰਮ ਹੋਏਗਾ, ਇੱਕ ਚੁਣੌਤੀ ਹੋਈ ਹੋਏਗੀ। ਕਿਉਂਕਿ ਜੇ ਰੋਕ ਲੱਗਦੀ ਆ, ਕਦੋਂ ਤੱਕ ਰੋਕ ਲੱਗਦੀ ਹੈ, ਕੱਲ੍ਹ ਨੂੰ ਕੋਈ ਹੋਰ ਪਟੀਸ਼ਨ ਖੜਾ ਹੋ ਕੇ ਕੋਈ ਹੋਰ ਪਟੀਸ਼ਨ ਪਾ ਦਿੰਦਾ ਕਿ ਲਾਗੂ ਕਰੋ, ਤਾਂ ਉਹਦੇ ਲਈ ਕੀ ਕਰਨਾ ਪਏਗਾ। ਅਤੇ ਦੂਜਾ ਗੱਲ ਹੈਗੀ ਕਿਤੇ ਰਾਹਤ ਸਰਕਾਰ ਨੂੰ ਤਾਂ ਨਹੀਂ ਮਿਲ ਰਹੀ ਜੇ ਥੋੜ੍ਹੇ ਸਮੇਂ ਲਈ, ਹਾਲਾਂਕਿ ਸਰਕਾਰ ਨੇ ਇਸ ਗੱਲੋਂ ਮਨਾ ਕੀਤਾ ਕਿ ਨਹੀਂ ਸਟੇ ਤੁਸੀਂ ਸਟੇ ਦੇ ਸਕਦੇ ਹੋ ਤਾਂ ਦੇ ਦਿਓ, ਅਸੀਂ ਨਹੀਂ ਸਟੇ ਲੈਂਦੇ, ਅਸੀਂ ਨਹੀਂ ਰੋਕ ਸਕਦੇ ਕਾਨੂੰਨ ਲਾਗੂ ਹੋਣ ਤੋਂ। ਤਾਂ ਜੇ ਰਾਹਤ ਮਿਲਦੀ ਹੈ ਤਾਂ ਕਿਹਨਾਂ ਨੂੰ ਮਿਲ ਰਹੀ ਹੈ? ਕਿਤੇ ਇਹ ਤਾਂ ਨਹੀਂ ਹੈਗਾ ਕਿ ਕਿਸਾਨਾਂ ਨੂੰ ਇੱਥੋਂ ਭੇਜਣ ਲਈ ਕਿ ਚਲੋ ਘਰ ਹੀ ਚਲੇ ਜਾਣ। ਉਸ ਤੋਂ ਬਾਅਦ ਹੁੰਦਾ ਹੈ ਨਾ ਕਿ ਇੱਕ ਵਾਰ ਇਕੱਠ ਹੋ ਗਿਆ ਵੱਡਾ ਤਾਂ ਦੂਜੀ ਵਾਰ ਹੋਵੇ ਨਾ ਹੋਵੇ। ਪਰ ਸੁਣਵਾਈ ਹੁੰਦਿਆਂ ਹੀ ਕਿਸਾਨਾਂ ਨੇ ਜਿਹੜਾ ਸਟੇਜ ਤੋਂ ਇਹ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਅਸੀਂ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਜੇ ਸਰਕਾਰ ਸਟੇ ਲਾਉਂਦੀ ਹੈ, ਸੁਪਰੀਮ ਕੋਰਟ ਸਟੇ ਲਾਉਂਦਾ ਇਸ ਚੀਜ਼ 'ਤੇ, ਅਸੀਂ ਮੰਨਣ ਨੂੰ ਤਿਆਰ ਨਹੀਂ, ਨਾ ਹੀ ਅਸੀਂ ਇੱਥੋਂ ਉੱਠਣਾ, ਨਾ ਹੀ ਅਸੀਂ ਸਟੇ ਮੰਨਣੀ ਹੈ। ਗੱਲ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ ਕਰਨ 'ਤੇ ਹੈ। ਹਾਂ, ਨਹੀਂ, ਉਹ ਤਾਂ ਫੈਸਲਾ ਪਹਿਲਾਂ ਹੀ ਆ ਨਾ ਕਿਸਾਨਾਂ ਦਾ। ਅੱਜ ਦੀ ਸੁਣਵਾਈ ਮਗਰੋਂ ਦਾ ਇਹ ਫੈਸਲਾ ਨਹੀਂ ਹੈਗਾ, ਪਹਿਲਾਂ ਹੀ ਸੀਗਾ। ਸੁਪਰੀਮ ਕੋਰਟ 'ਚ ਇਹ ਕੋਈ ਫੈਸਲਾ ਦਿੰਦੀ ਹੈ, ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਬੈਠੇ ਹਾਂ। ਇਹ ਤਾਂ ਕਿਸਾਨ ਪਹਿਲਾਂ ਮੰਨ ਕੇ ਹੀ ਚੱਲੇ ਸੀ, ਉੱਥੇ ਵੀ ਲਿਖ ਕੇ ਦੇ ਆਏ ਸੀ ਮਰਾਂਗੇ ਜਾਂ ਜਿੱਤਾਂਗੇ। ਸੋ ਉਹ ਗੱਲ ਉਹ ਨਹੀਂ ਆਪਾਂ ਕਰਦੇ ਕਿ ਮਨਸ਼ਾ ਕੀ ਸੀ, ਕਿੱਦਾਂ ਦੇ ਅੱਗੇ ਕਿਹੜੀਆਂ ਸਥਿਤੀਆਂ ਆ ਸਕਦੀਆਂ ਨੇ। ਜਿੱਦਾਂ ਹੁਣ ਮੰਨ ਲਓ ਕਿ ਕਾਨੂੰਨ ਦੇ ਤੌਰ 'ਤੇ
ਜੇ ਮੰਨ ਲਓ 1% ਚੱਲੇ ਵੀ ਜਾਣ, ਕਿਸਾਨ ਮੰਨ ਲਿਆ ਵੀ ਰੋਕ ਲੱਗ ਗਈ ਜਾਂ ਸਟੇ ਹੋ ਗਿਆ ਜਾਂ ਕੁਝ ਹੋ ਗਿਆ, ਰੱਦ ਨਹੀਂ ਹੋਏ, ਤਾਂ ਕੱਲ ਨੂੰ ਕੋਈ ਪਟੀਸ਼ਨ ਨਹੀਂ ਪਾਦਾ। ਦੂਜੀ ਗੱਲ, ਹੋ ਸਕਦਾ ਸਰਕਾਰ ਇਹ ਸੋਚੇ ਕਿ ਭਾਈ ਇਹ ਇੱਕ ਵਾਰ ਉੱਠ ਜਾਣ ਇੱਥੋਂ, ਮੁੜ ਕੇ ਇਹਨਾਂ ਨੂੰ ਸਟੇਟਾਂ ਦੇ ਵਿੱਚ ਹੀ ਬੈਠ ਕੇ ਇਹਨਾਂ ਨਾਲ ਨਜਿੱਠਾਂਗੇ, ਜਿੱਥੇ ਦੇ ਬੰਦੇ ਹੈਗੇ ਨੇ, ਜਾਂ ਜਿਹੜੀ ਯੂਨੀਅਨਾਂ ਦੇ ਆਗੂ ਜ਼ਿਆਦਾ ਸਰਗਰਮ ਰਹੇ ਨੇ, ਜਿਨ੍ਹਾਂ ਨੇ ਸੱਦੇ ਦਿੱਤੇ, ਜਾਂ ਜਿਨ੍ਹਾਂ ਨੇ ਲਾਮਬੰਦ ਕਰਕੇ ਰੱਖਿਆ, ਜਿਨ੍ਹਾਂ ਨੇ ਅੰਦੋਲਨ ਨੂੰ, ਠੀਕ ਹੈ, ਉਹ ਬੰਦਿਆਂ ਨੂੰ ਕਿਵੇਂ ਸਬਕ ਸਿਖਾਇਆ ਜਾਵੇ, ਠੀਕ ਹੈ, ਕਿਵੇਂ ਰੋਕਾਂ ਲਾਈਆਂ ਜਾਣ, ਕਿਉਂਕਿ ਹੁਣ ਬਿਨਾਂ ਤਿਆਰੀ ਤੋਂ ਐਡੀਆਂ ਰੋਕਾਂ ਲਾਤੀਆਂ ਸੀਗੀਆਂ, ਹੁਣ ਤਾਂ ਸਮਾਂ ਮਿਲ ਜਾਣਾ, ਸੋ ਉਹ ਔਖਾ, ਬੜਾ ਚੁਣੌਤੀ ਭਰਪੂਰ ਰਹੂਗਾ ਅਗਲਾ ਸਮਾਂ ਜਿਹੜਾ ਇੱਦਾਂ ਦਾ ਹੋਊਗਾ। ਅਤੇ ਦੂਜੀ ਗੱਲ ਇਹ ਹੈ ਕਿ ਸਰਕਾਰ ਨੂੰ ਕਿਹਾ ਸੁਪਰੀਮ ਕੋਰਟ ਨੇ ਵੀ ਤੁਸੀਂ ਜਿਹੜੀ ਇਹ ਇੱਥੇ ਦੀ ਸਥਿਤੀ ਨੂੰ ਮੇਨਟੇਨ ਕਰਨ ਵਾਸਤੇ ਜਾਂ ਲਾ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਾਸਤੇ ਕੀ ਕਰੋਗੇ, ਕੀ ਕੀਤਾ ਜਾਊਗਾ, ਕੋਈ ਜਵਾਬ ਨਹੀਂ, ਠੀਕ ਹੈ। ਉਹ ਇਹ ਵੀ ਪੁੱਛਿਆ, ਕਿਸਾਨਾਂ ਨੂੰ ਵੀ ਪੁੱਛਿਆ ਗਿਆ ਵੀ ਜੇ ਇੱਥੇ ਕੋਈ ਹਿੰਸਕ ਕਾਰਵਾਈ ਹੋ ਜਾਂਦੀ ਹੈ, ਠੀਕ ਹੈ, ਤਾਂ ਕੌਣ ਜ਼ਿੰਮੇਵਾਰ ਹੈ। ਇਹਦੇ ਬਦਲੇ 'ਚ ਕਿਸਾਨਾਂ ਦੇ ਵਕੀਲਾਂ ਵੱਲੋਂ ਵੀ ਜਵਾਬ ਦਿੱਤਾ ਗਿਆ ਕਿ ਅਸੀਂ ਤਾਂ ਸ਼ਾਂਤੀਪੂਰਵਕ ਬੈਠੇ ਆ। ਹਾਲਾਂਕਿ ਜਿਹੜੇ ਉੱਥੇ ਮੁੰਡੇ ਕੁੜੀਆਂ ਕੋਈ ਜਿਹੜੇ ਬਾਹਰੋਂ ਸੀਗੇ, ਜਿਨ੍ਹਾਂ ਨੂੰ ਲੱਗਦੇ ਨਹੀਂ ਸੀ ਵੀ ਕਿਸਾਨ ਨੇ ਜਾਂ ਕਿਸਾਨੀ ਨਾਲ ਕੋਈ ਸੰਬੰਧ ਹੈਗਾ ਵੀ ਇਹਨਾਂ ਬੰਦਾ, ਤਾਂ ਉਹ ਫੜੇ ਗਏ ਆ। ਤਾਂ ਉਹ ਵਕੀਲਾਂ ਨੇ ਦੱਸਿਆ ਕਿ ਉਹਨਾਂ ਨੂੰ ਫੜ ਕੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਸਾਨੂੰ ਪੁਲਿਸ ਨੇ ਭੇਜਿਆ ਜਾਂ ਪ੍ਰਸ਼ਾਸਨ ਨੇ ਭੇਜਿਆ। ਤਾਂ ਉਹਦੇ ਵਿੱਚੋਂ ਕਹਿੰਦੇ ਅਸੀਂ ਜ਼ਿੰਮੇਵਾਰੀ ਕਿਵੇਂ ਲੈ ਸਕਦੇ ਹਾਂ, ਹਾਲਾਂਕਿ ਅਸੀਂ ਸਟੇਟਮੈਂਟਸ ਵਗੈਰਾ ਤੌਰ 'ਤੇ ਜਾਰੀ ਕਰ ਰਹੇ ਹਾਂ, ਜਾਂ ਸਟੇਜ ਤੋਂ ਵੀ ਅਨਾਉਂਸ ਕਰ ਦਾਂਗੇ ਕੋਈ ਹਿੰਸਕ ਕਾਰਵਾਈ ਨਾ ਕਰਿਆ ਜਾਵੇ, ਸ਼ਾਂਤੀਪੂਰਵਕ ਸਾਰੇ ਬੈਠੇ ਰਹੋ। ਅਤੇ ਉਹਦੀ ਜ਼ਿੰਮੇਵਾਰੀ ਕੌਣ ਲਏਗਾ? ਅਤੇ ਇਹ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਅਗਲੀ ਮੀਟਿੰਗ ਦੀ ਵੇਟ ਨਹੀਂ ਕਰ ਸਕਦੇ, ਜੋ ਕਰਨਾ ਹੈ ਉਹ ਜਲਦ ਕੀਤਾ ਜਾਵੇ। ਸਰਕਾਰ ਨੂੰ ਵੀ ਕਿਹਾ ਇਹ ਗੱਲ ਵੀ ਜੋ ਫੈਸਲਾ ਲੈਣਾ ਜਲਦ ਲਿਆ ਜਾਵੇ। ਸਰਕਾਰ ਨੇ ਇਹ ਵੀ ਪੱਖ ਰੱਖਿਆ ਕਿ ਜਿਹੜਾ 26 ਜਨਵਰੀ ਨੂੰ ਕਿਸਾਨ ਕਹਿੰਦੇ ਨੇ ਕਿ ਅਸੀਂ ਪਰੇਡ ਦੇ ਨਾਲ ਉਹ ਟਰੈਕਟਰ ਮਾਰਚ ਕੱਢਣਾ, ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕਿਸਾਨਾਂ ਨੂੰ ਅੰਦਰ ਵੜਨ ਤੋਂ ਰੋਕਿਆ ਜਾਵੇ, ਦਿੱਲੀ ਦੇ ਵਿੱਚ ਪਰੇਡ ਦੇ ਵਿੱਚ ਇੱਦਾਂ ਸ਼ਾਮਲ ਹੋਣ ਤੋਂ ਰੋਕਿਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਰੋਕ ਨਹੀਂ ਸਕਦੇ, ਅਸੀਂ ਕਾਨੂੰਨਾਂ 'ਤੇ ਰੋਕ ਲਗਾ ਸਕਦੇ ਹਾਂ ਆਪਣੇ ਤੌਰ 'ਤੇ, ਠੀਕ ਹੈ, ਪਰ ਇਹਨਾਂ ਨੂੰ ਨਾ ਅਸੀਂ ਠਾਲ ਸਕਦੇ ਹਾਂ ਅਤੇ ਨਾ ਹੀ ਅਸੀਂ ਇਹਨਾਂ ਨੂੰ ਉੱਧਰ ਜਾਣ ਤੋਂ ਰੋਕ ਸਕਦੇ ਹਾਂ। ਅਤੇ ਇਹ ਵੀ ਸੁਪਰੀਮ ਕੋਰਟ ਵੱਲੋਂ ਵਿੱਚ ਆਇਆ ਸੀ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਵੀ ਸਾਡੇ ਵੱਲੋਂ ਚੀਫ ਜਸਟਿਸ ਵੱਲੋਂ ਵਕੀਲਾਂ ਨੂੰ ਕਿਹਾ ਗਿਆ, ਕਿਸਾਨਾਂ ਦਿਆਂ ਨੂੰ, ਕਿ ਤੁਸੀਂ ਅਪੀਲ ਕਰੋ ਕਿ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਨੇ ਜਾਂ ਔਰਤਾਂ ਨੇ ਉਹ ਆਪਣੇ ਘਰੇ ਚਲੇ ਜਾਣ, ਵੀ ਸੁਰੱਖਿਆ ਦੇ ਮੱਦੇ ਨਜ਼ਰ। ਅਤੇ ਉਹ ਵੀ ਕਿਸਾਨਾਂ ਨੇ ਮਨਾ ਕਰਤਾ ਕਿ ਅਸੀਂ ਤਾਂ ਆਪ ਬੈਠੇ ਹਾਂ, ਬਜ਼ੁਰਗ ਵੀ ਬੈਠੇ ਹਾਂ, ਆਪਣੇ ਆਪ ਬੈਠੇ ਨੇ, ਅਸੀਂ ਕਿਵੇਂ ਕਹਿ ਦਈਏ ਜਾਂ ਉਹਨਾਂ ਨੂੰ ਅਸੀਂ ਨਾਲ ਲੈ ਕੇ ਆਏ, ਉਹ ਆਪਣੇ ਆਪ ਆਏ ਆ। ਸੋ ਕੁਛ ਗੱਲਾਂ ਹੋਈਆਂ ਨੇ ਜਿਹੜੀਆਂ ਕਿਸਾਨਾਂ ਦੇ ਪੱਖ 'ਚ ਗਈਆਂ ਨੇ, ਅਤੇ ਆਉਣ ਵਾਲਾ ਸਮਾਂ ਹੁਣ ਕਿੱਦਾਂ ਦਾ ਆਉਂਦਾ, ਸਰਕਾਰ ਇਹਦੇ ਅਨੁਕੂਲ ਕੀ ਆਪਣਾ ਪੱਖ ਰੱਖਦੀ ਹੈ ਜਾਂ ਫੈਸਲਾ ਲੈਂਦੀ ਹੈ, ਜਾਂ ਕਿਹੜੀ ਅਗਰ 2 ਦਿਨ ਦੀ ਸਮਾਂ ਵੀ ਮੰਗਿਆ ਗਿਆ, 2 ਦਿਨ ਦਾ ਜਾਂ 1 ਦਿਨ ਦਾ ਵੀ ਸਾਨੂੰ ਸਮਾਂ ਦੇ ਦਿਓ, 1 ਦਿਨ ਦਾ ਕਮੇਟੀ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਸੁਪਰੀਮ ਕੋਰਟ ਵੱਲੋਂ ਕਿ ਕਮੇਟੀ ਬਣਾ ਲਓ। ਹੁਣ ਉਹ ਕਮੇਟੀ ਵਾਸਤੇ ਮੰਨਦੇ ਜਾਂ ਨਹੀਂ ਮੰਨਦੇ ਕਿਸਾਨ, ਉਹਨਾਂ ਦਾ ਟਾਈਮ ਲੈ ਕੇ ਸਾਨੂੰ 1 ਦਿਨ ਦਾ ਸਮਾਂ ਦਿਓ, ਕਮੇਟੀ ਦੀ ਗੱਲ ਮੰਨੀ ਜਾਊਗੀ ਜਾਂ ਨਹੀਂ ਮੰਨੀ ਜਾਊਗੀ, ਕਿਹੜੀ ਕਮੇਟੀ ਹੋਏਗੀ ਉਹਦੇ ਬਾਰੇ ਵੀ ਸਮਾਂ ਲਿਆ, ਸਰਕਾਰ ਨੇ ਵੀ ਸਮਾਂ ਲਿਆ। ਹੁਣ ਜਿਹੜਾ ਫੈਸਲਾ ਆਉਣਾ ਰਿਟਨ ਦੇ ਵਿੱਚ, ਅਸਲ ਦੇ ਵਿੱਚ ਇਹਦੇ ਵਿੱਚ ਨਿਕਲ ਕੇ ਆਉਣਾ, ਡਿਸਕਸ਼ਨਸ ਹੋਈਆਂ ਨੇ ਦੋਵਾਂ ਧਿਰਾਂ ਦੀਆਂ ਚੀਫ ਜਸਟਿਸ ਦੇ ਸਾਹਮਣੇ ਜਿਹੜੀਆਂ ਹੋਈਆਂ ਨੇ, ਅਤੇ ਹੁਣ ਜਿਹੜੀਆਂ ਉਹਨਾਂ ਦਾ ਆਪਦਾ ਡਿਸੀਜਨ ਹੈ ਉਹ ਹਲੇ ਆਉਣਾ ਬਾਕੀ ਹੈ। ਕੇਂਦਰ ਦੀ ਕਾਫੀ ਝਾੜ ਝੰਬ ਹੋਈ ਹੈ, ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਕੀ ਰੋਕ ਅਖਤਿਆਰ ਕਰਦੀ ਹੈ, ਅੱਗੇ ਕੀ ਲਿਆਉਂਦੀ ਹੈ, ਪਰ ਉਸ ਤੋਂ ਪਹਿਲਾਂ ਹੀ ਬੀਜੇਪੀ ਵੱਲੋਂ ਜਿਹੜਾ ਅੱਗੇ ਛੱਡਿਆ ਗਿਆ ਲੀਡ ਕਰਨ ਦੇ ਲਈ ਸੁਰਜੀਤ ਕੁਮਾਰ ਜਿਆਣੀ, ਹਰਜੀਤ ਗਰੇਵਾਲ, ਜਿਨ੍ਹਾਂ ਦਾ ਬਾਈਕਾਟ ਕਰਤਾ ਕਿਸਾਨਾਂ ਨੇ, ਉਹਨਾਂ ਦੀ ਬਿਆਨਬਾਜ਼ੀ ਨੂੰ ਕਿੱਦਾਂ ਦੇਖਦੇ ਹੋ? ਸੁਣਵਾਈ ਦੇ ਦੌਰਾਨ ਜਦੋਂ ਇਹ ਕੁਝ ਨਿਕਲ ਕੇ ਸਾਹਮਣੇ ਆਉਂਦਾ, ਸੁਣਵਾਈ ਹੋਣ ਤੋਂ ਬਾਅਦ ਹਲੇ ਫੈਸਲਾ ਮੁਕੰਮਲ ਸਾਹਮਣੇ ਨਹੀਂ ਆਇਆ, ਪਰ ਉਹ ਹਲੇ ਵੀ ਬੜੇ ਯਕੀਨ ਨਾਲ ਕਹਿੰਦੇ ਨੇ ਕਿ ਕਾਨੂੰਨਾਂ ਦੇ ਹੱਕ ਵਿੱਚ ਫੈਸਲਾ ਆਊਗਾ। ਗੱਲ ਉਹੀ ਜਿਹੜੀ ਉਹ ਪਹਿਲਾਂ ਕਹਿੰਦੇ ਨੇ, ਕਾਨੂੰਨ ਰੱਦ ਨਹੀਂ ਹੋਣੇ, ਕਿਸਾਨ ਇਸ ਤੋਂ ਅਗਲੀ ਗੱਲ ਕਰਨ। ਨਹੀਂ, ਉਹਨਾਂ ਦਾ ਹੁਣ ਜਿਆਣੀ ਦਾ ਨਾਮ ਵਾਰ-ਵਾਰ ਆ ਰਿਹਾ, ਸੁਰਜੀਤ ਕੁਮਾਰ ਜਿਆਣੀ, ਉਹ ਜਦੋਂ ਉਹ ਪਹਿਲਾਂ ਤਾਂ ਇਹ ਗੱਲ ਕਰਦੇ ਨੇ, ਹੁਣ ਜਿਹੜੀ ਗੱਲ ਕਰਦੇ ਨੇ, ਡਿਬੇਟਸ ਦੇ ਵਿੱਚ ਬੈਠ ਰਹੇ ਨੇ, ਬੜੇ ਅੱਛੀ ਡਿਬੇਟ ਕਰ ਰਹੇ ਨੇ ਉਹ ਕਿਸਾਨਾਂ ਦੇ ਵਿਰੁੱਧ, ਉਹਨਾਂ ਨੂੰ ਇਹ ਪੁੱਛਣਾ ਬਣਦਾ। ਹੁਣ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਵਰਗਲਾ ਲਿਆ ਗਿਆ, ਕਿਸਾਨ ਵਰਗਲਾਏ ਗਏ ਆ, ਇਹਨਾਂ ਨੂੰ ਭਰਮਾ ਕੇ ਕੋਈ ਲਿਆ ਕੇ ਇਕੱਠ ਬਿਠਾਤਾ। ਮੇਰੇ ਰਿਸ਼ਤੇਦਾਰ ਰਾਜਸਥਾਨ 'ਚ ਨੇ, ਉਹ ਵੀ ਟਰਾਲੀਆਂ ਭਰ ਕੇ ਆ ਰਹੇ ਨੇ ਇੱਥੇ, ਪਰ ਉਹ ਕਾਂਗਰਸੀ ਨੇ। ਮੇਰੇ ਰਾਜਸਥਾਨ ਇੱਕ ਹੋਰ ਸਟੇਟ ਦਾ ਨਾਲ ਉੱਥੇ ਰਿਸ਼ਤੇਦਾਰ ਨੇ, ਉਹ ਟਰਾਲੀਆਂ ਭਰ ਕੇ ਆ ਰਹੇ ਨੇ, ਪਰ ਉਹ ਕਾਂਗਰਸੀ ਨੇ। ਅਤੇ ਜਦੋਂ ਉਹਨਾਂ ਨੇ ਵਿਰੁੱਧ ਬਿਆਨ ਦਿੱਤਾ ਸੀ ਵੀ ਕਿਸਾਨੀ ਹਿੱਤਾਂ ਦੇ ਵਿੱਚ ਨਹੀਂ ਹੈਗਾ ਇਹ ਕਾਨੂੰਨ, ਉਦੋਂ ਵਰਗਲਾਏ ਗਏ ਸੀ।
ਉਹਨੂੰ ਕਿਹਨੇ ਬਰਗਲਾਇਆ ਸੀ ਉਦੋਂ? ਆ ਇੱਕ ਵਾਰ ਜਿਹੜਾ ਦਿੱਲੀ ਗੇੜਾ ਲੱਗ ਜਾਂਦਾ ਨਾ, ਉਸ ਤੋਂ ਬਾਅਦ ਆ ਕੇ ਜਿਹੜੀ ਬਿਆਨਬਾਜ਼ੀ ਬਦਲਦੀ ਆ, ਉਹਦੇ ਤੇ ਕੁਐਸਚਨ ਮਾਰਕ ਉੱਠਣਾ ਚਾਹੀਦਾ ਕਿ ਪਹਿਲਾਂ ਕਿਹਦੇ ਕਹੇ ਤੋਂ ਬਿਆਨ ਦਿੱਤਾ, ਕਿਸ ਲਾਲਚ ਦੇ ਵਿੱਚ ਦਿੱਤਾ ਸੀਗਾ। ਆਪਣਾ ਉੱਲੂ ਤਾਂ ਨਹੀਂ ਕੋਈ ਸਿੱਧਾ ਕਰਨਾ ਸੀ। ਹੋ ਸਕਦਾ ਆਪਣਾ ਉੱਲੂ ਕੋਈ ਸਿੱਧਾ ਕਰਨਾ ਹੋਊ ਵੀ ਹਾਂ ਹੁਣ ਮੈਂ ਵਿਰੁੱਧ ਬਿਆਨ ਦੇਵਾਂ ਵੀ ਹਾਂ ਕਿਸਾਨੀ ਦੇ ਵਿਰੁੱਧ ਹੈ ਇਹ ਬਿੱਲ ਤੇ ਮੈਨੂੰ ਬੁਲਾਇਆ ਜਾਵੇ, ਮੇਰੀ ਪੁੱਛ ਪ੍ਰਤੀਤ ਵਧੇ, ਹੋ ਸਕਦਾ। ਤੇ ਉੱਥੇ ਜਾ ਕੇ ਜਦੋਂ ਬੁਲਾ ਲਿਆ ਜਾਂਦਾ, ਦਿੱਲੀ ਬੁਲਾ ਲਿਆ ਜਾਂਦਾ, ਪਤਾ ਨਹੀਂ ਕੀ ਗਿੱਦੜ ਸਿੰਘੀ ਸੰਘਾਈ ਜਾਂਦੀ ਹੈ। ਉੱਥੋਂ ਜਿਹੜਾ ਬੰਦਾ ਮੁੜਦਾ ਇਹਨਾਂ ਦਾ ਬੀਜੇਪੀ ਦਾ, ਉਹ ਇਹੀ ਕਹਿੰਦਾ ਹੁੰਦਾ ਕਿ ਕਿਸਾਨੀ ਹੱਕ 'ਚ ਨੇ। ਉਹ ਕਹਿੰਦੇ ਮੈਂ ਵੀ ਕਿਸਾਨ ਹਾਂ। ਤੇ ਜੇ ਤੁਸੀਂ ਕਿਸਾਨ ਹੋ ਤੇ ਤੁਹਾਨੂੰ ਪਤਾ ਨਹੀਂ ਵੀ ਕੌਣ ਕਿਸਾਨ ਹੁੰਦੇ ਨੇ। ਕਿਸਾਨ ਜਿਹੜੇ ਖੇਤੀ ਕਰਦੇ ਨੇ ਉਹ ਬੈਠੇ ਨੇ ਉੱਥੇ ਲੋਕ। ਹੁਣ ਡਿਬੇਟ ਚੱਲ ਰਹੀ ਸੀ ਇੱਕ TV ਚੈਨਲ 'ਤੇ, ਉਹ ਕਹਿ ਰਹੇ ਸੀਗੇ ਕਿ ਤੁਸੀਂ ਸਾਡਾ ਬਾਈਕਾਟ ਕੀਤਾ, ਕਿ ਤੁਸੀਂ ਅਨਾਊਂਸਮੈਂਟ ਕਰੋ ਕਿ ਅਸੀਂ ਆ ਕੇ ਗੱਲ ਕਰੀਏ। ਤੁਸੀਂ ਤਾਂ ਭਾਲਦੇ ਹੀ ਇਹੀ ਹੋ ਕਿ ਸਾਨੂੰ ਬੋਲਣ ਦਾ ਮੌਕਾ ਦਿਆ ਜਾਵੇ। ਤੁਸੀਂ ਜਿਹੜੇ ਜਵਾਬ ਤੁਹਾਡੇ ਤੋਂ ਕਿਸਾਨ ਜਥੇਬੰਦੀਆਂ ਮੰਗਦੀਆਂ ਨੇ, ਉਹਨਾਂ ਦੇ ਜਵਾਬ ਦਿਓ ਨਾ, ਡਿਬੇਟ ਦੇ ਵਿੱਚ ਬੈਠ ਕੇ ਜਵਾਬ ਦਿਓ ਤੁਸੀਂ ਉਹਨਾਂ ਦੇ। ਤੁਹਾਨੂੰ ਸੋਸ਼ਲ ਮੀਡੀਆ ਤੁਹਾਡਾ ਐਕਟਿਵ ਹੈ, ਠੀਕ ਹੈ, ਤੁਸੀਂ TV ਤੇ ਤੁਸੀਂ ਆ ਰਹੇ ਹੋ, ਅਖਬਾਰਾਂ 'ਚ ਤੁਹਾਡੇ ਬਿਆਨ ਲੱਗ ਰਹੇ ਨੇ। ਤੁਸੀਂ ਉਹਨਾਂ ਦੀ ਗੱਲ ਕਰਨ ਦੇ ਬਜਾਏ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਇੱਕੋ ਰੱਟ ਲਾਈ ਹੋਈ ਆ, ਕਾਨੂੰਨ ਨਹੀਂ ਰੱਦ ਹੁੰਦੇ, ਜੋ ਕਰਨਾ ਕਰ ਲਓ, ਕਾਨੂੰਨ ਨਹੀਂ ਰੱਦ ਹੁੰਦੇ, ਜੋ ਕਰਨਾ ਕਰ ਲਓ। ਕਾਨੂੰਨ ਕਿਉਂ ਨਹੀਂ ਰੱਦ ਹੁੰਦੇ, ਇਹ ਗੱਲ ਦਾ ਜਵਾਬ ਦਿਓ। ਕਾਨੂੰਨ ਰੱਦ ਕਰਨ ਨਾਲ ਸਰਕਾਰ ਨੂੰ ਕੀ ਨੁਕਸਾਨ ਹੈ, ਇਸ ਗੱਲ ਦਾ ਜਵਾਬ ਦਿਓ ਨਾ। ਬਿਲਕੁਲ ਨੁਕਸਾਨ ਉਹ ਦੱਸ ਤਾਂ ਰਹੇ ਨੇ ਕਿ ਅੱਗੋਂ ਵੀ ਫਿਰ ਜੇ ਕੋਈ ਕਾਨੂੰਨ ਲਿਆਂਦਾ ਜਾਂ ਪਿਛਲੇ ਜਿਹੜੇ ਕਾਨੂੰਨ ਜੇ ਕਿਸੇ ਨਾ ਕਿਸੇ ਨੂੰ ਲੈ ਕੇ ਫਿਰ ਹੋਰ ਵੀ ਲੋਕ ਆ ਕੇ ਇਸੇ ਤਰ੍ਹਾਂ ਵਿਰੋਧ ਕਰਨਗੇ। ਜਿਵੇਂ ਉਹ ਪਹਿਲਾਂ ਸਾਫ਼ ਹੀ ਕਰ ਚੁੱਕੇ ਨੇ ਕਿ ਮੋਦੀ ਸਾਹਿਬ ਦਾ ਅਕਸ ਜਿਹੜਾ ਉਹ ਕਿਤੇ ਨਾ ਕਿਤੇ ਖਰਾਬ ਹੁੰਦਾ। ਹੁਣ ਆਪਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਗੱਲ ਕਰੀਏ, ਉਹਨਾਂ ਦਾ ਵਿਰੋਧ ਹੋਇਆ। ਹੁਣ ਉਹ ਅੱਗੇ ਕਹਿ ਰਹੇ ਨੇ, ਉਹਨਾਂ ਨੇ ਵੀ ਸਾਫ਼ ਕਹਿ ਦਿੱਤਾ ਦੋ ਟੁੱਕ ਦੇ ਵਿੱਚ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਵਿਰੋਧ ਕਰਨ ਵਾਲੇ ਹੋਰ ਲੋਕ ਨੇ ਇਹੋ ਜਿਹੇ ਜਿਹੜੇ ਪਿੱਛੇ ਬੈਠੇ ਜਿਹੜੇ ਸਾਰਾ ਕੁਝ ਚਲਾ ਰਹੇ ਨੇ। ਚੜੂਨੀ ਸਾਹਿਬ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ, ਹਰਿਆਣਾ ਤੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ। ਉਹ ਹੁਣ ਕੇਂਦਰ ਦੇ ਨਾਲ ਗੱਲਬਾਤ ਕਰਨ ਲਈ ਦਿੱਲੀ ਆ ਰਹੇ ਨੇ ਖੱਟਰ ਸਾਹਿਬ। ਕੀ ਲੱਗਦਾ ਹੈ ਕਿ ਕਿਸਾਨ ਉੱਥੇ ਵਿਰੋਧ ਕਰਨਗੇ ਜਾਂ ਉੱਥੇ ਜਾ ਕੇ ਆਪਣਾ ਪੱਖ ਜਦੋਂ ਰੱਖਣਗੇ, ਗੱਲ ਉਹੀ ਆ ਜਾਣੀ ਹੈ ਕਿ ਕਿਸਾਨਾਂ ਦੇ ਪਿੱਛੇ ਕੌਣ ਚੱਲ ਰਿਹਾ ਤੇ ਅੱਗੇ ਕੌਣ ਚੱਲ ਰਿਹਾ? ਦਰਅਸਲ ਇਹਨਾਂ ਨੂੰ ਜਿਹੜੀ ਹਾਈ ਕਮਾਂਡ ਹੈ, ਜਿਹੜੀ ਮੋਦੀ ਟੀਮ ਹੈ ਨਾ ਸੁਖਵਿੰਦਰ ਜੀ, ਮੈਨੂੰ ਇਹ ਲੱਗਦਾ ਕਿ ਇਹਨਾਂ ਦੀ ਕਿਸੇ ਦੀ ਨਹੀਂ ਸੁਣੀ ਜਾ ਰਹੀ। ਉੱਥੇ ਇਹਨਾਂ ਨੂੰ ਕਿਹਾ ਜਾਂਦਾ ਵੀ ਜਾਂ ਤਾਂ ਚੁੱਪ ਕਰਕੇ ਜਾ ਕੇ ਆਪਣੀ ਸਟੇਟਾਂ ਦੇ ਵਿੱਚ ਜਾ ਕੇ ਕਾਨੂੰਨਾਂ ਦੇ ਹੱਕ 'ਚ ਬੋਲਣਾ ਸ਼ੁਰੂ ਕਰੋ, ਨਹੀਂ ਦਬਾ ਹੋ ਜੋ ਇੱਥੋਂ ਪਾਰਟੀ 'ਚੋਂ ਕੱਢ ਦਿਆ ਜਾਊਗਾ ਜਾਂ ਕੁਝ ਹੋਰ ਕਰ ਦਿਆ ਜਾਊਗਾ, ਠੀਕ ਹੈ। ਇਹਨਾਂ ਦੀ ਕਿਸੇ ਦੀ ਕੋਈ ਚੱਲਦੀ ਨਹੀਂ ਹੈਗੀ। ਇਹ ਬਾਹਰ ਆ ਕੇ ਦਮਗਜੇ ਮਾਰ ਰਹੇ ਨੇ, ਇਹਨਾਂ ਦੀ ਕਿਸੇ ਦੀ ਸੁਣਵਾਈ ਨਹੀਂ ਹੁੰਦੀ। ਜੇ ਸੁਣਵਾਈ ਹੁੰਦੀ ਹੋਵੇ, ਇੱਕ CM ਕਹੇ ਵੀ ਮੇਰੀ ਸਟੇਟ ਦੇ ਵਿੱਚ ਪਾਰਟੀ ਦੀ ਹਾਲਤ ਵੱਧ ਤੋਂ ਬਦਤਰ ਹੋ ਰਹੀ ਆ, ਜਾਂ ਫਿਰ ਇਹਨਾਂ ਦੀਆਂ ਕਮਜ਼ੋਰੀਆਂ ਪਤਾ ਹੋਣੀਆਂ, ਜਾਂ ਕੁਝ ਵੀ ਕਹਿ ਲਓ, ਕਮਜ਼ੋਰੀਆਂ ਪਤਾ ਹੋਣਗੀਆਂ। ਆ ਵੀ ਗੱਲ ਹੈ, ਕਮਜ਼ੋਰੀਆਂ ਪਤਾ ਹੋ ਸਕਦੀਆਂ। ਕੋਈ ਲਾਲਚ ਵੀ ਹੋ ਸਕਦਾ, ਜਿਹੜਾ ਪਹਿਲਾਂ ਇਹਨਾਂ ਨੇ ਲਾਲਚ ਲਿਆ ਹੋਇਆ ਹੋਊਗਾ, ਜਾਂ ਜਿਵੇਂ ਕੋਈ ਬੰਦੇ ਨੂੰ ਲਿਆ ਕੇ ਬਿਠਾ ਦੇਣਾ ਸੀਟ ਤੇ, ਉਹਨੂੰ ਚੌਧਰ ਦੇ ਦੇਣੀ, ਕੁਛ ਤਾਂ ਕੋਈ ਹੁੰਦਾ ਹੀ ਆ। ਕੋਈ ਆਸਾਨਮੰਦ ਹੁੰਦਾ, ਕੋਈ ਕਰਿਆ ਹੁੰਦਾ ਆਸਾਨ ਪਾਰਟੀ ਨੇ, ਤੇ ਚੁੱਪ ਕਰਕੇ ਬਿਠਾਉਣ ਨੂੰ, ਉਹਨਾਂ ਦੇ ਮੂੰਹ ਬੰਦ ਕਰਨ ਨੂੰ ਕੁਛ ਨਾ ਕੁਛ ਤਾਂ ਹੁੰਦਾ ਹੀ ਆ। ਤਾਂ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਕੋਲ ਕੁਛ ਨਾ ਕੁਛ ਤਾਂ ਹੁੰਦਾ ਹੈ। ਅੰਦਰ ਜਾਂਦੇ ਨੇ, ਅੰਦਰ ਜਾ ਕੇ ਜਾਂ ਤਾਂ ਘੁਰਕੀ ਮਿਲ ਕੇ ਭਜਾ ਦਿੰਦੇ ਨੇ ਇਹਨੂੰ ਵੀ ਜਾ ਕੇ ਭੱਜੋ, ਕੋਈ ਨਹੀਂ ਤੁਹਾਡੀ ਸੁਣੀ ਜਾਣੀ। ਆਪਣੀ ਚੌਧਰ ਕਾਇਮ ਕਰਨੀ ਹੈ ਤਾਂ ਜਾ ਕੇ ਬਿਆਨਬਾਜ਼ੀ ਕਰੀ ਜਾਓ, ਤੁਹਾਡੀ ਚੌਧਰ ਕਾਇਮ ਰਹੂਗੀ, ਅਸੀਂ ਨਹੀਂ ਬੋਲਦੇ। ਜੇ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਕਾਨੂੰਨ ਗਲਤ ਨੇ, ਫਿਰ ਜਾਓ ਜਿੱਥੇ ਜਾਣਾ, ਇੱਥੋਂ ਤੁਰ ਜਾਓ ਇੱਥੋਂ। ਤੇ ਉਹ ਚੀਜ਼ਾਂ ਵੀ ਹੋ ਸਕਦੀਆਂ ਨੇ। ਤੇ ਉਹ ਮੇਰੇ ਖਿਆਲ ਨਾਲ, ਕਿਉਂਕਿ ਹੁਣ ਖੱਟਰ ਨੂੰ ਦਿੱਲੀ ਜਾਣਾ ਪੈ ਰਿਹਾ, ਕਿਸ ਨੂੰ ਨਹੀਂ ਪਤਾ ਹਰਿਆਣੇ 'ਚ ਕੀ ਹੋਇਆ, ਬਿਲਕੁਲ ਕਿਹੜੇ ਮੰਤਰੀ ਨੂੰ ਨਹੀਂ ਪਤਾ ਹੈਗਾ, ਸਭ ਨੂੰ ਪਤਾ ਹੈ। ਜੇ ਨਹੀਂ ਪਤਾ ਫਿਰ ਬੇਵਕੂਫੀ, ਉਹਨਾਂ ਦੀ ਸਰਕਾਰ ਹੈ ਸਟੇਟ ਦੇ ਵਿੱਚ, ਉਹਨਾਂ ਨੂੰ ਇੰਨਾ ਨਹੀਂ ਪਤਾ ਵੀ ਸਾਡੀ ਸਰਕਾਰ ਵੇਲੇ ਉਸ ਸਟੇਟ ਦੇ ਵਿੱਚ ਕੀ ਹੋਇਆ ਸਾਡਾ। ਤੇ ਉਹ ਚੀਜ਼ਾਂ ਦੱਸਣ ਵਾਸਤੇ ਵੀ ਦਿੱਲੀ ਜਾਣਾ ਪੈ ਰਿਹਾ। ਗੱਲ ਤਾਂ ਇਹ ਹੋਏਗੀ ਹੁਣ ਜਿੰਨਾ ਕੁਛ ਹੋ ਰਿਹਾ, ਇਹ ਲੋਕ ਰੋਹ ਦਾ ਇੱਕ ਹਿੱਸਾ ਆ। ਆਉਣ ਵਾਲੇ ਸਮੇਂ ਦੇ ਵਿੱਚ BJP ਦਾ ਹੋਰ ਵੀ ਜਿਹੜਾ ਉਹਦੇ ਪ੍ਰਤੀ ਜਿਹੜੀ ਲੋਕਾਂ ਦਾ ਰੋਹ ਹੈ ਹੋਰ ਵਧਣਾ। ਹੋਰ ਪਤਾ ਨਹੀਂ ਹੁਣ ਲੋਕ ਕਿਸ ਸਥਿਤੀ ਤੱਕ ਲੈ ਕੇ ਜਾਣਗੇ ਇਸ ਅੰਦੋਲਨ ਨੂੰ, ਇਹ ਨਹੀਂ ਪਤਾ ਹੈ। ਦਿੱਲੀ ਦੇ ਵਿੱਚ ਤਾਂ ਵਿਰੋਧ ਹੋਏਗਾ ਹੀ ਹੋਏਗਾ। ਜੇ ਦਿੱਲੀ ਦੇ ਵਿੱਚ ਕਿਤੇ ਕਿਸ ਪਾਸੇ ਨੂੰ ਨਿਕਲਣਗੇ ਖੱਟਰ ਸਾਹਿਬ, ਇਹ ਤਾਂ ਇਹ ਵੀ ਦੇਖਣਾ ਪਊਗਾ। ਜਾਂ ਤਾਂ ਹੈਲੀਕਾਪਟਰ ਰਾਹੀਂ ਜਾਣਗੇ, ਤੇ ਜੇ ਸੜਕੀ ਰਸਤੇ ਗਏ ਫਿਰ ਤਾਂ ਬਹੁਤ ਔਖਾ ਹੈ। ਮੇਰੇ ਖਿਆਲ ਸ਼ਾਇਦ ਉਹਨੂੰ, ਜਿਵੇਂ ਕਿਸਾਨਾਂ ਨੂੰ ਐਂਟਰ ਨਹੀਂ ਕਰਨ ਦਿਆ, ਹੋ ਸਕਦਾ ਖੱਟਰ ਸਾਹਿਬ ਵੀ ਸੜਕੀ ਰਸਤੇ ਕਿਤੇ ਐਂਟਰ ਕਰ ਪਾਉਣ ਜਾਂ ਨਾ ਕਰ ਪਾਉਣ। ਸੋ ਵਿਰੋਧ ਤਾਂ ਹੋਏਗਾ ਹੀ ਹੋਏਗਾ। ਬਿਲਕੁਲ ਲਗਾਤਾਰ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਜੋ ਕੁਝ ਸੁਣਵਾਈ ਹੋਈ ਹੈ, ਉਹਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਾਫ਼ ਕੀਤਾ ਜਾ ਰਿਹਾ ਹੈ ਕਿ ਅਸੀਂ ਸੁਪਰੀਮ ਕੋਰਟ ਦਾ ਸਤਿਕਾਰ ਜ਼ਰੂਰ
ਜ਼ਰੂਰ ਕਰਦੇ ਹਾਂ, ਪਰ ਇੱਕ ਗੱਲ ਹੈ ਕਿ ਜੇਕਰ ਸੁਪਰੀਮ ਕੋਰਟ ਖੇਤੀ ਕਾਨੂੰਨਾਂ ਨੂੰ ਲੈ ਕੇ ਸਾਡੇ ਹੱਕ ਵਿੱਚ ਨਹੀਂ ਭੁਗਤਦਾ ਤਾਂ ਅਸੀਂ ਉਹ ਫੈਸਲਾ ਨਹੀਂ ਮੰਨਣਾ ਜਿਹੜਾ ਸੁਪਰੀਮ ਕੋਰਟ ਕੇਂਦਰ ਵਾਇਆ ਕੇਂਦਰ ਹੋ ਕੇ ਕਿਤੇ ਸਾਡੇ ਕੋਲੇ ਫੈਸਲਾ ਇਹੋ ਜਿਹਾ ਆਉਂਦਾ, ਉਹ ਨਹੀਂ ਮੰਨਣਗੇ। ਸਾਫ਼ ਤੌਰ ਦੇ ਉੱਤੇ ਹੁਣ ਸੁਪਰੀਮ ਕੋਰਟ ਦੇ ਵਿੱਚੋਂ ਜੋ ਕੁਝ ਫੈਸਲੇ ਦੀ ਕਾਪੀ ਹਾਲੇ ਤੱਕ ਸਾਹਮਣੇ ਨਹੀਂ ਆਈ, ਉਹ ਕੀ ਆਉਂਦੀ ਹੈ ਉਸ ਉੱਤੇ ਵੀ ਅਸੀਂ ਗੱਲਬਾਤ ਕਰਦੇ ਰਵਾਂਗੇ। ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।